आपे अंडज जे रज से तज उत्भुज। आपे खंड आपे सब लोए। आपे सूत आपे बहुमणिया। कर शक्ति जगत परोए। आपे अंडज जे रज से तज उत्भुज। आपे खंड आपे सब लोए। आपे सूत आपे बहुमणिया। कर शक्ति जगत परोए। आपे ही सूत धार है प्यारा। सूत खिंचे ढह ढेरी होए। मेरे मन मैं हर बिन अवर ना कोए। सतगुर विच नाम निधान है प्यारा। कर दया अमृत मुख चोए। रहाओ आपे जल थल सभत है प्यारा। प्रभु आपे करे सो होए। सबना रिजक समाहदा प्यारा। दूजा आवर ना कोए। आपे खेल खिलाएंदा प्यारा। आपे करे सो होए। आपे ही आप निर्मला प्यारा। आपे निर्मल सोए। आपे कीमत पाएंदा प्यारा। आपे करे सो होए। आपे अलख ना लखिए प्यारा। आप लखावै सोए। आपे गहर गंभीर है प्यारा। तिस जेवड अवर ना कोए। सब घट आपे भोगवै प्यारा। विच नारी पुरख सब सोए। नानक गुप्त वरतदा प्यारा। गुरमुख प्रगट होए। सब घट आपे भोगवै प्यारा। विच नारी पुरख सब सोए। नानक गुप्त वरतदा प्यारा। गुरमुख प्रगट होए। वाहिगुरु जी का खालसा वाहिगुरु जी की फतेह। सतगुरु पातशाह साहिब जी दे पावन दरबार दीयां हाज़रियां भरदियां गुरु पातशाह साहिब जी दे अपने ही निज पावन स्वरूप शब्द नाल चित ला के जद आप सावधान ते इकाग्र चीत होए जुड़ मिल बैठे हो, पातशाह गुरुदेव जी दियां बेअंत महरहमतां ते वडियाइयां जो सत संगत विच सदा वरतदियां ने,
ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੁੱਲ੍ਹਿਆ ਤੇ ਸਾਡੇ ਵਾਸਤੇ ਜੋ ਉਪਦੇਸ਼ ਪ੍ਰਾਪਤ ਹੋਏ, ਮਹਾਰਾਜ ਨੇ ਅੱਜ ਵਿਸ਼ਵਾਸ ਦਵਾਉਂਦੇ ਕਨ ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਫਿਰ ਮਹਾਰਾਜ ਅਸੀਂ ਕੀ ਕਰੀਏ? ਕਹਿਣ ਲੱਗੇ ਹਰ ਗੁਣ ਗਾਵੋ ਸਦਾ ਸੁਭਾਈ। ਭਾਈ ਤੂੰ ਹਰ ਵਕਤ ਉਸ ਕਰਤਾ ਪੁਰਖ ਦੇ ਗੁਣ ਗਾਈ ਜਾਇਆ ਕਰ, ਫਿਰ ਕੀ ਹੋਏਗਾ? ਕਹਿਣ ਲੱਗੇ ਮਨ ਚੰਦੇ ਸਗਲੇ ਫਲ ਪਾਵੇ, ਜੀ ਕੇ ਸੰਗ ਸਹਾਈ। ਬਹੁਤ ਪਿਆਰ ਮਹਾਰਾਜ ਨੇ ਨਾ ਪਾਵਨ ਸ਼ਬਦਾਂ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਬਚਨ, ਜੋ ਅਸੀਂ ਹਮੇਸ਼ਾ ਪੜ੍ਹਦੇ ਸੁਣਦੇ ਤੇ ਵਾਚਦੇ ਹਾਂ, ਔਰ ਜਿਨ੍ਹਾਂ ਦੀ ਵਿਆਖਿਆਤਮਕ ਬਖਸ਼ਿਸ਼ ਲੜੀਵਾਰ ਵਿਚਾਰਾਂ ਦੇ ਰਾਹੀਂ ਅਸੀਂ ਪ੍ਰਾਪਤ ਕਰਦੇ ਰਹਿੰਦੇ ਹਾਂ। ਮਹਾਰਾਜ ਨੇ ਅੱਜ ਸਾਨੂੰ ਜੋ ਲੜੀ 'ਚ ਬਚਨ ਬਖਸ਼ਿਸ਼ ਕੀਤਾ ਹੈ, ਹਾਲਾਂਕਿ ਆਪ ਇਹਦੀ ਥੋੜ੍ਹੀ ਜਿਹੀ ਵਿਚਾਰ ਕੱਲ੍ਹ ਵੀ ਬੈਠ ਕੇ ਸਾਂਝੀ ਕਰ ਚੁੱਕੇ ਹੋ, ਪਰ ਹੋਰ ਜਾਤੀ ਤੌਰ 'ਤੇ ਇਸ ਨੂੰ ਸਮਝ ਸਕੀਏ, ਕੋਸ਼ਿਸ਼ ਕਰ ਸਕੀ ਜਿਤਨਾ ਜ਼ਿਆਦਾ ਕਿਸੇ ਇੱਕ ਪਾਵਨ ਬਚਨ ਨੂੰ ਪੜ੍ਹਾਂਗੇ, ਸੁਣਾਂਗੇ, ਸਮਝਾਂਗੇ, ਉਤਨੀਆਂ ਹੀ ਗਹਿਰਾਈਆਂ, ਉਤਨੀਆਂ ਹੀ ਪਰਤਾਂ ਪ੍ਰਾਪਤ ਹੋਣਗੀਆਂ। ਚੌਥੇ ਪਾਤਸ਼ਾਹ ਮਹਾਰਾਜ ਦਾ ਇਹ ਪਾਵਨ ਸ਼ਬਦਾਂ ਦਾ ਜੋ ਪ੍ਰਕਰਣ ਹੈ, ਸੰਗ੍ਰਹਿ ਹੈ, ਦੁਨੀਆਵੀ ਬਾਹਰੋਂ ਵੇਖਣ 'ਚ ਇੱਕੋ ਹੀ ਨੁਕਤਾ ਇਹਦਾ ਹੈ ਕਿ ਕਰਤਾ ਪੁਰਖ ਵਾਹਿਗੁਰੂ ਜੀ ਆਪ ਹੀ ਆਪ ਹਰ ਕਲਾ 'ਚ, ਹਰ ਰੂਪ 'ਚ ਵਰਤ ਰਿਹਾ। ਜੇ ਸਾਨੂੰ ਕੁੰਝ ਪੁੱਛ ਲੈ ਵੀ ਸਾਰੇ ਸਮੂਹ ਦਾ ਜੋ ਬਹੁਤ ਸਾਰੇ ਸ਼ਬਦ ਮਹਾਰਾਜ ਨੇ ਉਚਾਰਨ ਕੀਤੇ ਨੇ, ਉਹਨਾਂ ਦਾ ਇੱਕੋ ਇੱਕ ਜੋ ਸੰਦਰਭਿਤ ਵਿਚਾਰ ਹੈ, ਇੱਕ ਹੈ ਕਿ ਦ੍ਰਿਸ਼ਮਾਨ ਤੇ ਅਦ੍ਰਿਸ਼ਮਾਨ ਸੰਸਾਰ ਜਿਤਨਾ ਵੀ ਹੈ, ਦ੍ਰਿਸ਼ ਤੇ ਅਦ੍ਰਿਸ਼, ਦਿਸਤਾ ਤੇ ਅਣਦਿਸਤਾ, ਇਹਦੇ ਵਿੱਚ ਜਿਤਨੇ ਵੀ ਰੂਪ, ਜਿਤਨੇ ਵੀ ਰੰਗ ਜਾਂ ਜਿਤਨੇ ਵੀ ਜੋ ਵੀ ਰੂਪ ਕਿਰਿਆਵਾਂ ਕਿਸੇ ਪੱਖ ਤੇ ਹੋ ਰਹੀਆਂ ਨੇ, ਉਹ ਸਾਰੀ ਕਰਤਾ ਹੀ ਕਰ ਰਿਹਾ ਹੈ। ਹੁਣ ਅਸਾਂ ਇਸ ਗੱਲ ਨੂੰ ਸਮਝਣਾ ਹੈ, ਕਿਉਂਕਿ ਅਸਾਂ ਦੇ ਵਿੱਚ ਇੱਕ ਤਬਕਾ ਹੈ ਜੋ ਇਸ ਗੱਲ ਨੂੰ ਜਾਣਦ ਸਮਝ ਲੈਂਦਾ ਖਰੀ ਅਰਥਾਂ 'ਚ ਕਿ ਸਭ ਕੁਝ ਪ੍ਰਮਾਤਮਾ ਕਰਦਾ ਹੈ, ਅਤੇ ਉਹ ਬਹੁਤ ਸਾਰੇ ਮਾੜੇ ਕਰਤਬਾਂ ਨੇ ਵੀ ਦੋਸ਼ ਪਰਮਾਤਮਾ ਕੁਝ ਰੱਬ ਨੇ ਕਰਾਇਆ। ਤੁਸੀਂ ਆਪ ਤੇ ਬਾਣੀ ਪੜ੍ਹ ਕੇ ਦੱਸ ਦਿਓ, ਸਭ ਕੁਝ ਪਰਮਾਤਮਾ ਕਰਦਾ ਹੈ, ਅਤੇ ਉਹ ਆਪਣੀਆਂ ਗਲਤੀਆਂ ਕਰਦਾ ਹੈ, ਮੌਜ ਮਸਤੀਆਂ ਕਰਦਾ ਹੈ, ਅਤੇ ਬਾਅਦ 'ਚ ਬਰੀ ਹੁੰਦੇ। ਦੇਖੋ ਜੀ ਮੈਂ ਥੋੜ੍ਹਾ ਕੀਤਾ ਹੈ, ਤੁਸੀਂ ਆਪ ਹੀ ਤਾਂ ਕਹਿੰਦੇ ਹੋ, ਬਾਣੀ 'ਚ ਲਿਖਿਆ ਹੈ। ਦੇਖੋ ਜੀ ਸਭ ਰੱਬ ਕਰਦਾ ਹੈ, ਵਾਹਿਗੁਰੂ ਕਰਦਾ ਹੈ। ਉੱਥੇ ਵੀ ਸਧਾਰਨਤਾ ਸਾਨੂੰ ਚੁੱਪ ਕਰ ਜਾਣੇ, ਕਿਉਂਕਿ ਸਾਡੇ ਕੋਲ ਕਈ ਵਾਰੀ ਗਹਿਰੀ ਵਿਚਾਰ ਨਹੀਂ ਹੁੰਦੀ, ਅਤੇ ਗਹਿਰੀ ਵਿਚਾਰ ਨਾ ਹੋਣ ਕਰਕੇ ਅਸਾਂ ਕਹਿੰਦੇ ਹਾਂ ਹੈ ਤੇ ਭਾਈ ਮਾਲਕ ਦਾ ਹੀ, ਖੇਲ ਤੇ ਮਾਲਕ ਦਾ ਹੀ ਹੈ, ਰਚਨਾ ਤੇ ਸਾਹਿਬ ਦੀ ਹੈ। ਤੁਸੀਂ ਰਚਨਾ ਦੇ ਵਿੱਚ ਹੋਇਆ ਤੇ ਸਾਹਿਬ ਦਾ ਹੀ ਕੀਤਾ ਹੋਏਗਾ ਨਾ, ਫਿਰ ਕਹਿੰਦਾ ਮੈਨੂੰ ਬੁਰਾ ਕਿਉਂ ਕਹਿੰਦੇ ਹੋ? ਅਸੀਂ ਚੁੱਪ ਕਰ ਜਾਂਦੇ ਹਾਂ।
हौली हौली असीं कोशिश करते समझण दी कि मालिक ने कीता है, मालिक दे ही द्वारा कीता गया हुंदा है, पर हर थां ते मालिक किस स्वरूप दे विच हुंदा है, ये गल समझणी हर जीव वास्ते, खास करके जिग्यासुआं वास्ते, ਜਿਹੜੇ ਅਸੀਂ ਭਗਤੀ ਖੇਤਰ 'ਚ ਹਾਂ, ਅਤੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਮਝਣਾ ਅਤੇ ਸਵਾਰਨਾ, ਉਹਨਾਂ ਨੂੰ ਇਹ ਗੱਲ ਬੜੀ ਬਾਰੀਕੀ ਨਾਲ ਸਮਝਣ ਦੀ ਜ਼ਰੂਰਤ ਹੈ ਕਿ ਸਭ ਕੁਛ ਪਰਮਾਤਮਾ ਕਰ ਰਿਹਾ ਹੈ। ਇਸ ਸਾਰੇ ਸਭ ਕੁਛ ਪਰਮਾਤਮਾ ਕਰ ਰਿਹਾ ਹੈ। ਇੱਕ ਸੈਂਟੈਂਸ ਦੀ ਬਿਹਤਰੀਨ ਗੱਲ ਤਾਂ ਇਹ ਹੈ ਕਿ ਹੁਕਮੇ ਅੰਦਰ ਵਰਤਦਾ ਹੈ। ਜਪਜੀ ਸੱਚ ਬਹੁਤ ਪਿਆਰਾ ਸੂਤਰ ਹੈ ਨਾ, ਹੁਕਮੇ ਅੰਦਰ ਸਭ ਕੋ, सब कुछ हो तो हुक्म दे विच रहा है, बाहर हुक्म ना कोई, हुक्म तो बाहर भी नहीं है। फिर असीं अपने आप नूं किवें एडजस्ट करना है कि कोई गलत काम ना हो। दरअसल ये गल समझ आ सी है कि कई बार समाजिक तौर पर असीं वेखदे हां भी किसी एक व्यक्ति ने 100 2 400 मशीन लगाई, 1000 2000 बंदा उसने काम ते लगाया हुआ है, और बहुत सारे मशीनरी के निके मोटे पुरजे, वड्डे तो लैके छोटे तक पुरजे उन्हां दी फैक्ट्रियां च बनते हैं। जो बहुत सारे पुरजे बनते हैं तो कुछ पुरजे गलत भी हो जाते होंगे, किसी न किसी ढंग नाल पुरजे की मेनटेनेंस फिटिंग गलती रह जाती होगी। जदों पुरजा बन के बाजार में आउंदा है तो विकदा किहदे नां ते? केवल एक मालिक के नां ते, केवल एक बंदे की एक ट्रेडिंग कंपनी के नाम से विकता है। तो उस कंपनी की जो मार्केट में वैल्यू होंदी है, उस कंपनी के मालिक की रैपूटेशन तो होती है। आ व्यापार के सारे सिलसिले जानते कि कंपनी कितनी वड्डी है, उहदे मालिक की रैपूटेशन बाजार में किहो जी है, उहदे मुताबिक कंपनी की वैल्यू पैंदी है। गाहे बगाहे वो सारा बाजार का साजो समान उसकी कंपनी का जो अलग अलग तमाम पुरजियां दे विच विकदा पिया है, वो एक बंदे दे नाम दे हेठ विकी जाता है। भावें हर थां ते उहदा वेखण नूं नां नहीं लिखिया हुंदा, पर मार्केट वाले जानते फलाणे दा ये चीज़ फलाणे ने बनाई है। अगला कहते हाँ, जिवें अज साडी मोटी मोटी चीज़ां, बहुत सारिया चीज़ां ने बाजार च विकदियां ने, असीं की कहने आ देखो जी टाटा वाले बनाई। ਹੁਣ टाटा वाला ਜਿਹੜਾ ਬੰਦਾ ਜਿਸਨੇ ਕਦੇ ਪਹਿਲਾਂ ਕੰਮ ਸ਼ੁਰੂਆਤ ਕੀਤਾ ਹੋਵੇਗਾ, ਜਾਂ ਅੱਜ ਸਮੂਹ ਦਾ ਜੋ ਚੇਅਰਮੈਨ ਹੈ, ਉਹ ਹਰ ਥਾਂ 'ਤੇ ਨਾਲ ਨਹੀਂ ਬੈਠਾ, ਪਰ ਨਹੀਂ ਉਹਦਾ ਨਾਮ ਚੱਲਦਾ, ਉਹਦਾ ਸਿਲਸਿਲਾ ਚੱਲਦਾ, ਉਹਦੀ ਰੈਪੂਟੇਸ਼ਨ ਚੱਲਦੀ ਹੈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਨੇ, ਬਹੁਤ ਸਾਰੇ ਲੋਕ ਨੇ, ਜਿੱਥੇ ਬਹੁਤ ਸਾਰੇ ਕੰਮ ਨੂੰ ਕੰਪਨੀ ਦੇ ਨਾਮ ਨੂੰ ਲੋਕ ਨਹੀਂ ਜਾਣਦੇ, ਵਿਅਕਤੀ ਦੇ ਨਾਂ 'ਤੇ ਚੱਲੀ ਜਾਂਦਾ। ਹੁਣ ਉਹਦੇ ਵਿੱਚ ਵਿਰੋਧੀ ਤੱਤ ਵੀ ਨੇ, और पुरजियां दे विच एक ताकत विरोधता भी प्रगट होंदी है। किते वो अग लाउण वाले ने, किते अग बुझाउण वाले ने, उन्हां दा मैन्युफैक्चरर इक्को ही हुंदा है, अग पैदा करन वालियां दा भी ते अग बुझाउण वालियां दा भी। इसी तरह करता पुरख की रचना भी एक बहुत वड्डी फैक्ट्री की न्याई है। इत्थे बहुत चीज़ां बन रही ने। ये सच है कि इत्थे बहुत सारी चीज़ां दा जो बनतर बनी सानू अज तक गिणती मिणती भी नहीं पूरी प्राप्त हो सकी भी करता पुरख की रचना दे विच की कुछ बन रहा है तो किवें किवें बन रहा है। और हर चीज़ जो बनी है उहदे च किते ना किते कोई भुल भुलेखा, कोई गलती भुल भी हो जाती है, चीज़ गलत करना पैंदा है कि आ तो यही जाएगा कि रब की बनाई चीज़ है गलत होने लग पई है। रब के दायरे च रहिंदी तो फिर वो उन्होंने अपने दायरे चों बाहर भी कढ़ दिंदा है, ये सुधार भी वो करता है। बस इन्हां गल्लां नूं समझना, आ देखना जिथे संसार की रचना रची जा रही है। आपे अंडज जे रज से तज उत्पुज, संसार की रचना नूं ये 4 खाणियां कहा जाता है। एक बेनती पाठ करने वाले वास्ते बेनती करते हैं, महलियां दे नाल जो अंक ने जिवें 1 2 3 4 5 ते गां 9 लिखिया, आपां पहला दूजा तीजा चौथा 9वां पढ़ते हैं, उहदा सानूं दर्शन साडी अगवाई वास्ते किते किते महाराज ने इनू अंकां तो नाल अखां दे विच भी दर्ज कर दिता है, ताकि सानूं सही रूप प्राप्त हो सके, ताकि इस किते गलती ना पड़े। जिवें किते किते महला तीजा फिर तीजा अखरां च लिखिया है, इत्थे महला चौथा
चौथा पहला अंक भी लिखिया है तो फिर चौथा अखरां दे विच भी लिख दिता है। ये सिर्फ ये जितना अजकल समय के संपादक के फुटनोट होंगे ने, हालांकि अजकल ब्रैकेट लगन लग पई है, बस उदों गुरु ग्रंथ साहिब के कुछ ब्रैकेटां नहीं सी लिखियां जांदियां। इस करके इहदा भाव है कि असीं जो 4 अंक लिखिया है खास करके महले दे नाल जदों दा वर्णन होएगा तो उदों चौथा पढ़ना है। इवें किते 5वां लिखिया है, किते 3जा लिखिया है, किते पहला भी लिख के लाया, ताकि इस नूं असीं आम अंक वांग 1 2 3 4 ना पढ़ सकीए। आप ही संसार की रचना रचता है, जद कि वो आप इन्हां तो मुक्त है। संसार विच 4 खाणियां ने। खाणियां का मतलब है जिन्हां तरीकों के नाल जो जुगतां बनाईयां करते ने संसार की रचना की, जीवन की उत्पत्ति की। अंडज है, कुछ जी आंडियां तो पैदा होंदे ने। जेरज है, कुछ जी ज्योर तो झिल्लियां तो जन्म लैंदे ने, जिवें असीं आम पशु जी जन्म लैंदे ने। कुछ सेतज ने जो केवल प्रकृति की शरीरां की जां कुदरती गर्मी करके ही, जिवें कि सड़ांध पैदा होंदी होवे, गर्मी पैदा होवे, शरीर च मुड़के करके पता नहीं कितने को जी पैदा हो जाते हैं सड़ांधां दे थां ते जी। वो सेतज है। तो कुछ उत्पुज है जो बीजां तो जो सारी वनस्पति पैदा होती है तो करती की रचना, लेकिन कहते ना आप है। इनू दार्शनिक कहते कि वो आप नहीं, वह है, ये अपना है वह। ये सारा पसारा जो 4 प्रकार दे नाल जी पैदा हो रहे ने, क्योंकि ज्ञानियां ते विग्यानियां की दृष्टिकोण दे विच जिहड़ी वनस्पति है वो भी जीव मंडल है। वनस्पति दे नाल नाल जो होर छोटे मोटे जीव जंतु ते असीं हरकत देखते ही हाँ, वो भी जीवित ही ने। सारियां रूहां ने, सारे जीवन ने, तो सारे जीवन करते दे ने, पर करता नहीं। करता बैठा वेखे वक् अकेला भी होएगा। वो परम सत्ता परम शक्ति अलग भी है तो परम शक्ति सम्मिलित भी है। जिवें सारी चमकती हुई धुप सूरज भी है, पर चमकती हुई धुप तो अलहदा सूरज भी है। सूरज की अपनी होंद भी है, किते धुप थोड़ी पैंदी है, किते धुप बहुत पैंदी है, पर सूरज तो सदा एक समान, उत्थे एक समान है ना। जे सानू कोई बहुत बेहतरीन विग्यानक मिल सके तो जो अपने ढंग तरीके वरत के दस सके भी साडी धरती ते किते धुप बहुत तिखी हुंदी है, किते धुप बहुत हल्की हुंदी है, कदे चुभदी है तो कदे नहीं चुभदी। कि सूरज का भी तापमान इस तरह वधदा घटदा है? तो कहेगा नहीं, सूरज का तापमान इस तरह नहीं वधदा घटदा भी सवेरे 6 बजे धुप हल्की हल्की किरण चंगियां लगदियां सन, वही धुप सन दोपहरे 12 बजे चुभन लग पैंदी है, शाम के 6 बजे तक फिर चुभन बंद हो जाती है। कि सूरज की भी गर्मी इस तरह वधदी घटदी है? तो सियाणा विग्यानक कहेगा नहीं, सूरज की गर्मी एक समान सदा रही है। फिर साडा क्यों फर्क पैंदा है? असां दी धरती के घूमण दे करके सूरज तो दूरी बन जाती है, तो भाई जिन्नी दूरी बन जाती है, जिन्ना ओला जा बन लग पैंदा है, उन्ना उहदा सेक घटन लग पैंदा है। दोपहरे बिल्कुल सामने हो जाने आ तो सेक वधन लग पैंदा है। इसका मतलब कि सूरज एक समान है, पर सूरज की धुप एक समान नहीं है, वो अलग अलग है, किते है तो किते नहीं है। जे हैगी है तो वध घट है। हुण असीं देखिए करता पुरख एक समान है, पर की करता पुरख की नज़र भी सब ते एक समान है? तो महाराज कहन लगे नहीं, सबना ऊपर नदर प्रभ तेरी, किसे थोड़ी किसे है कणेरी। जिवें सवेरे सवेरे असीं सूरज तो बहुत दूर होने आ, सानू लगदा नहीं क्योंकि साडी धरती इन्नी तेजी नाल घुमदी है, सानू लगदा नहीं। असीं इन्ना दूर होने आ भी सूरज की किरणां ते पैंदियां पर चानणा दिंदियां ने, गर्मी नहीं दिंदियां। ਉਹੀ ਦੁਪਹਿਰ तक असीं लगदा उत्थे ही बैठे हाँ, पर असीं सूरज के इन्हां सन्मुख सामने आ जाने आ कि साडे तो कुछ घड़ियां ते बड़ी दूर कुछ पल भी धुप्पे खलोना औखा हो जाता है। फिर इस तरह शाम नूं घटते घटते मुक भी जाता है। फिर एक असीं कहते देखो जी हुण सूरज छुप गया, नहीं सूरज नहीं छुप गया, असीं ओले हो गए हैं। इवें करता पुरख दी रहमतां बरकतां नदर सभा एक समान ही वरतदी है। जिहड़ा सामने सन्मुख हुंदा उत्ते बहुत ज़्यादा, जो दूर हट जाता है उत्ते घट ते घटदियां घटदियां घटदियां
ਇਹ ਸਾਨੂੰ ਕਹਿਣਾ ਸਮਝ ਲਈਏ, ਜਿਹੜੇ ਗੁਰੂ ਵੱਲ ਪਿੱਠ ਕਰ ਲੈਂਦੇ ਨੇ ਫਿਰ ਉਹਨਾਂ ਦੇ ਚਿਹਰੇ 'ਤੇ ਗੁਰੂ ਕੀ ਨੂਰ ਦਾ ਪ੍ਰਕਾਸ਼ ਨਹੀਂ ਪੈਂਦਾ, ਜਿਵੇਂ ਰਾਤ ਪੈਣ 'ਤੇ ਪ੍ਰਕਾਸ਼ ਨਹੀਂ ਪੈਂਦਾ। ਇਸੇ ਤਰ੍ਹਾਂ ਜਿਹੜੇ ਗੁਰੂ ਵੱਲੋਂ ਪਿੱਠ ਕਰ ਲੈਂਦੇ ਨੇ ਉਹਨਾਂ ਦੇ ਉੱਤੇ ਗੁਰੂ ਦੀ ਸੂਰਜ ਦੀ ਕਿਰਨਾਂ ਦਾ ਨੂਰ ਪ੍ਰਕਾਸ਼ ਨਹੀਂ ਪੈਂਦਾ। ਇਹ ਗੱਲ ਅਸਾਂ ਸਮਝਣੀ ਹੈ। ਵਰਤ ਰਹੀਆਂ ਕਰਤੇ ਦੀਆਂ ਰਚਨਾਵਾਂ ਨੇ, ਕਹਿਣ ਲੱਗੇ ਆਪ ਹੀ ਆਵਰਦਾ ਹੈ, ਆਪੇ ਅੰਡਜ ਜੇਰਜ ਸਵੇਤਜ ਉਪਜ, ਆਪੇ ਖੰਡ ਆਪੇ ਸਭ ਲੋਏ। ਖੰਡ ਉਹ ਹੈ ਆ ਜਿਤਨੇ ਧਰਤੀ ਦੇ ਆ ਟੁਕੜੇ ਬਣੇ ਨੇ, ਅਸੀਂ ਖੰਡ ਕਹੀ ਨਹੀਂ ਸਾਰੇ ਇਹਨਾਂ ਨੂੰ, ਸਾਰਾ ਸਮਗਰ ਸੰਪੂਰਨ ਬ੍ਰਹਮੰਡ ਹੈ। ਅਤੇ ਬ੍ਰਹਮੰਡ ਦੇ ਸਿਆਣੇ ਮੰਨਦੇ 9 ਖੰਡ ਪ੍ਰਿਥਵੀ ਸਾਜੀ ਗਈ ਸੀ। ਇਹਦੇ 'ਚ ਗੁਰਬਾਣੀ 'ਚ 9 ਖੰਡ ਦਾ ਜ਼ਿਕਰ ਬਹੁਤ ਵਾਰ ਕੀਤਾ ਗਿਆ। ਔਰ ਜਿਤਨੇ ਵੀ ਖੰਡ ਨੇ, ਭਾਵ ਜਿਤਨੇ ਵੀ ਧਰਤੀ ਦੇ ਹਿੱਸੇ ਹੋਣਗੇ, ਜਿਤਨੇ ਬ੍ਰਹਮੰਡ ਦੇ ਹਿੱਸੇ ਹੋਣਗੇ, ਸਾਰੇ ਉਹਦੇ ਆਪਣੇ ਨੇ। ਸਭ ਲੋਏ, ਲੋਏ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਨੂੰ, ਜਿਹਦੇ ਵਿੱਚ ਖੰਡ ਬ੍ਰਹਮੰਡ ਆਦਿਕ ਸਾਰੇ ਕਈ ਆਉਂਦੇ ਨੇ। ਕਿਉਂਕਿ ਅਸੀਂ ਇੱਕ ਬ੍ਰਹਮੰਡ ਬਾਰੇ ਜਾਣਦੇ ਹਾਂ, ਗੁਰੂ ਪਾਤਸ਼ਾਹ ਸਾਹਿਬ ਜੀ ਨੇ ਕਰੋੜਾਂ ਬ੍ਰਹਮੰਡਾਂ ਦਾ ਜ਼ਿਕਰ ਕੀਤਾ। ਔਰ ਲੋਏ ਜਿਹਨੂੰ ਸ੍ਰਿਸ਼ਟੀ ਕਹਿੰਦੇ ਆ, ਉਹਦੇ ਵਿੱਚ ਸਾਰੇ ਹੀ ਇੰਦਰ ਜੀਰਜ ਇਹ ਖੰਡ ਅਤੇ ਬ੍ਰਹਮੰਡ ਆਉਂਦੇ ਨੇ। ਮਹਾਰਾਜ ਕਹਿਣ ਲੱਗੇ ਆਪੇ ਸੂਤ ਆਪੇ ਬਹੁ ਮਣੀਆਂ, ਆਪ ਹੀ ਸੂਤਰ ਹੈ ਅਤੇ ਆਪ ਹੀ ਉਹ ਮਣੀਆਂ ਮਣ ਕੇ ਨੇ। ਜਿਵੇਂ ਅਸੀਂ ਮਾਲਾ ਦੇਖਦੇ ਹਾਂ, ਇੱਕ ਮਾਲਾ ਦੇ ਵਿੱਚ ਬਹੁਤ ਸਾਰੇ ਮਣਕੇ ਮਿਲਾ ਕੇ ਇੱਕ ਮਾਲਾ ਬਣਦੀ ਹੈ। ਪਰ ਗਿਆਨੀ ਦੱਸਦੇ ਨੇ ਕਿ ਨਹੀਂ ਭਾਈ, 2 ਹੀ ਚੀਜ਼ਾਂ ਨੇ, ਮਣਕੇ ਜਿਤਨੇ ਮਰਜ਼ੀ ਹੋਣ ਪਰ ਉਹ ਇੱਕੋ ਹੀ ਧਾਤੂ ਤੱਤ ਮਣਕਿਆਂ ਦੇ ਰੂਪ 'ਚ ਹੁੰਦਾ, ਅਤੇ ਦੂਜਾ ਪੱਖ ਹੁੰਦਾ ਉਹਦੇ ਵਿੱਚ ਇੱਕ ਧਾਗਾ। ਆਪੇ ਸੂਤ ਆਪੇ ਬਹੁ ਮਣੀਆਂ। ਹੁਣ ਤੀਜੀ ਗੱਲ ਪੈਦਾ ਹੁੰਦੀ, ਘਰ ਸ਼ਕਤੀ ਜਗਤ ਪਰੋਏ। ਇਵੇਂ ਹੀ ਕਰਤਾ ਪੁਰਖ ਵਾਹਿਗੁਰੂ ਜੀ ਨੇ ਜਿਵੇਂ ਸੂਤ ਪਾ ਕੇ ਤਮਾਮ ਮੋਤੀਆਂ ਨੂੰ ਇੱਕ ਮਾਲਾ ਦੇ ਰੂਪ 'ਚ ਪਰੋ ਲਿਆ ਜਾਂਦਾ ਹੈ, ਇਸੇ ਤਰ੍ਹਾਂ ਕਰਤਾ ਪੁਰਖ ਨੇ ਸੂਤਰ ਦੇ ਰੂਪ 'ਚ ਸ਼ਕਤੀ ਨੂੰ ਪ੍ਰਗਟ ਕੀਤਾ, ਸ਼ਕਤੀ ਨੂੰ ਵਰਤਿਆ। ਗੁਰਬਾਣੀ ਦਾ ਪਾਠ ਕਰਨ ਵਾਲੇ ਤੇ ਖਾਸ ਕਰਕੇ ਅੱਜ ਜੋ ਨਿਤਨੇਮ ਕਰਦੇ ਉਹਨਾਂ ਪੜ੍ਹਿਆ ਹੋਣਾ ਹੈ, ਕਰਤਾ ਪੁਰਖ ਜੀ ਨੇ ਸੰਸਾਰੀ ਬ੍ਰਹਮੰਡੀ ਪਸਾਰੇ ਦੀ ਰਚਨਾ ਦੇ ਵਿੱਚ 2 ਸਰੂਪਾਂ ਨੂੰ, 2 ਚੀਜ਼ਾਂ ਨੂੰ ਪ੍ਰਗਟ ਕੀਤਾ। ਉਹਨੇ ਜਿੱਥੇ ਆਪਣਾ ਇੱਕ ਸਰੂਪ ਸੰਸਾਰ ਵਿੱਚ ਵਰਤਿਆ, ਜਿਹਨੂੰ ਸ਼ਿਵ ਸਰੂਪ ਕਹਿੰਦੇ ਨੇ, ਕਲਿਆਣ ਸਰੂਪ, ਅਤੇ ਦੂਜੀ ਉਹਨੇ ਨਾਲ ਰਚਨਾ ਰਚੀ ਸ਼ਕਤੀ। ਸ਼ਿਵ ਸ਼ਕਤ ਆਪ ਉਪਾਏ ਕਹੇ, ਸ਼ਿਵ ਸ਼ਕਤੀ ਕਰਤਾ ਪੁਰਖ ਨੇ ਬਣਾਈ। ਸ਼ਿਵ ਉਹਦਾ ਆਪਣਾ ਸਰੂਪ ਹੈ ਜੋ ਆਦਰਸ਼ ਜੀਵ ਰੂਪ ਹੈ, ਅਤੇ ਸ਼ਕਤੀ ਉਹ ਹੈ ਜਿਸ ਨੂੰ ਅਸੀਂ ਮਾਇਆ ਰੂਪ ਕਹਿ ਦਿੰਦੇ ਹਾਂ, ਜਿਸ ਨੂੰ ਗੁਰਬਾਣੀ 'ਚ ਏਕਾ ਮਾਈ ਵੀ ਕਿਹਾ ਗਿਆ ਹੈ। ਉਹ ਸ਼ਕਤੀ ਤਮਾਮ ਜੀ ਜੰਤ ਜੋ ਪੈਦਾ ਕੀਤੇ ਨੇ, ਕਰਤਾ ਪੁਰਖ ਦੀ ਉਸ ਮਾਇਆ ਸਰੂਪ ਦੇ ਸਦਕੇ ਹੀ ਇੱਕ ਦੂਜੇ ਨਾਲ ਜੁੜੇ ਹੋਏ ਨੇ। ਜਿਵੇਂ ਬਹੁਤ ਸਾਰੇ ਮਣਕੇ ਇੱਕ ਧਾਗੇ ਦੇ ਸਦਕੇ ਆਪਸ ਵਿੱਚ ਪਰੁੱਚੇ ਰਹਿੰਦੇ ਨੇ। ਮਣਕਿਆਂ ਦੇ ਰੰਗ ਅਲੱਗ-ਅਲੱਗ ਹੋ ਸਕਦੇ ਨੇ, ਮਣਕਿਆਂ ਦੇ ਗੁਣ ਵੀ ਅਲੱਗ-ਅਲੱਗ ਹੋ ਸਕਦੇ ਨੇ। ਬਈ ਕੋਈ ਸੋਨੇ ਦਾ, ਚਾਂਦੀ ਦਾ, ਤਮਾਮ ਪ੍ਰਕਾਰ ਦੇ 8 ਧਾਤੂਆਂ ਦੇ ਮੋਤੀ ਬਣਾ ਕੇ ਉਹਨਾਂ 'ਚ ਪਰੋਏ ਜਾ ਸਕਦੇ ਨੇ, ਪਰ ਧਾਗਾ ਦੇ ਵਿੱਚ ਇੱਕ ਹੀ ਹੁੰਦਾ ਹੈ। ਇਵੇਂ ਸੰਸਾਰ ਦੇ ਬ੍ਰਹਮੰਡੀ ਪਸਾਰੇ 'ਚ ਬਾਹਰ ਦੇ ਜੋ ਦ੍ਰਿਸ਼ਮਾਨ ਮਣਕੇ ਨੇ, ਜਿਵੇਂ ਅਸੀਂ ਤੁਸੀਂ ਹਾਂ, ਜੀਵ ਜੰਤੂ ਨੇ, ਪਸ਼ੂ ਪਕਸ਼ੀ ਨੇ, ਇਹ ਸਾਰੇ ਵੇਖਣ ਨੂੰ ਸਾਰੇ ਅਸੀਂ ਅਲੱਗ-ਅਲੱਗ ਮਣਕਾ ਹਾਂ, ਪਰ ਸਾਡੇ ਸਾਰਿਆਂ ਦੇ ਵਿੱਚ ਜਿੱਥੇ ਕਰਤਾ ਪੁਰਖ ਦੀ ਇੱਕ ਆਪਣੀ ਜੀਵ ਸੱਤਾ ਵਰਤ ਰਹੀ ਹੈ, ਜਿਹਨੂੰ ਸ਼ਿਵ ਸੱਤਾ ਕਹਿੰਦੇ ਨੇ, ਉਹਦੇ ਨਾਲ ਹੀ ਉਹਦੇ ਇੱਕ ਸ਼ਕਤੀ ਜਿਹਨੂੰ ਅਸੀਂ ਮਾਇਆ ਦੀ ਸੱਤਾ ਕਹਿੰਦੇ ਹਾਂ। ਮਾਇਆ ਦੇ ਸਦਕੇ ਅਸੀਂ ਸਾਰੇ ਆਪਸ ਵਿੱਚ ਜੁੜੇ ਰਹਿੰਦੇ ਹਾਂ, ਕਿਉਂਕਿ ਸੰਸਾਰ ਦਾ ਸਾਰਾ ਪਸਾਰਾ ਮਾਇਆ ਦੇ ਸਦਕੇ ਹੀ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਅਸੀਂ ਇੱਕ ਦੂਜੇ ਦੇ ਨਾਲ ਹਾਨੀ ਅਤੇ ਲਾਭ ਕਰਕੇ ਜੁੜਿਆ ਹੋਇਆ ਵਿਆਖਿਆਵਾਂ ਕਰਦੇ ਹਾਂ। ਕਿਉਂਕਿ ਅਸੀਂ ਇੱਕ ਦੂਜੇ ਦੇ ਨਾਲ ਜੋ ਜੁੜੇ ਹਾਂ, ਲੋਕ ਕਹਿੰਦੇ ਨੇ ਅਸੀਂ ਭਾਵਨਾਤਮਕ ਮੰਡਲ ਦੇ ਨਾਲ ਪਰਿਵਾਰਾਂ 'ਚ ਜੁੜੇ ਰਹਿੰਦੇ ਹਾਂ, ਪਰ ਪਰਿਵਾਰਾਂ ਤੋਂ ਇਲਾਵਾ ਅਸੀਂ ਬਨਸਪਤੀ ਦੇ ਨਾਲ ਵੀ ਜੁੜੇ ਹਾਂ, ਅਸੀਂ ਪਸ਼ੂ ਪੰਛੀ ਜੁਗਤਾਂ ਦੇ ਨਾਲ ਵੀ ਜੁੜੇ ਹਾਂ। ਸਾਨੂੰ ਕੋਈ ਪੁੱਛੇ ਕਿ ਠੀਕ ਹੈ ਤੁਸੀਂ ਆਪਣੇ ਜੀਆਂ ਦੇ ਨਾਲ ਅਤੇ ਭਾਵਨਾਤਮਕ ਮੰਡਲ 'ਚ ਜੁੜੇ ਹੋ, ਕਿਸੇ ਨਾਲ ਪਿਆਰ ਕਰਕੇ, ਕਿਸੇ ਨਾਲ ਮੋਹ ਕਰਕੇ, ਜਾਂ ਸਿੱਧਾ ਤੌਰ 'ਤੇ ਕੀਏ ਮਿੱਤਰਤਾ ਅਤੇ ਦੁਸ਼ਮਣੀ ਕਰਕੇ, ਪਿਆਰ ਕਰਕੇ ਅਤੇ ਵਿਰੋਧ ਕਰਕੇ ਜੁੜੇ ਹੁੰਦੇ ਹਾਂ। ਅਸੀਂ ਵਿਰੋਧੀਆਂ ਨਾਲ ਵੀ ਜੁੜੇ, ਭਾਵਨਾ ਸਾਡੀ ਵਿਰੋਧੀ ਹੁੰਦੀ ਹੈ। ਪਰ ਪਸ਼ੂਆਂ ਦੇ ਨਾਲ, ਬਨਸਪਤੀ ਦੇ ਨਾਲ ਕਿਉਂ? ਭਈ ਸਾਨੂੰ ਇਹਦੇ ਤੋਂ ਲਾਭ ਹੈ, ਸਾਨੂੰ ਬਨਸਪਤੀ ਤੋਂ ਲਾਭ ਹੈ ਤਾਂ ਜੁੜੇ ਹਾਂ। ਕਿਉਂ ਬੂਟੇ ਪਾਲਦੇ ਹੋ, ਪਸ਼ੂ ਪਕਸ਼ੀ ਕਿਉਂ ਪਾਲਦੇ ਹੋ? ਸਾਨੂੰ ਸਿੱਧੇ ਤੌਰ 'ਤੇ, ਅਸਿੱਧੇ ਤੌਰ 'ਤੇ
इन्हां तो लाभ प्राप्त होंदा है। कुछ चीज़ां तो सीधे तौर पर इस लगदा हानि प्राप्त होंदी है। अग तो हानि सीधी होंदी है, पर भाई अग तो लाभ भी तो बड़े होंदे ने। इस तरह असी इन्हां हानि लाभां दे सिलसिले करके तमाम जीवां नाल जुड़े और जिन्हें हानि लाभ दे भावनावां दे नफरतां दे प्यार दे मोह दे सिलसिले ने ये सारे माया करके ही मन्ने जाते हैं। जिथे करता पुरख दी शिव ते शक्ति माया ते ब्रह्म दी दो ताकतां काम नहीं कर रही होंदियां, उत्थे ये कुछ भी नहीं हुंदा। इसे करके सुनिया ते पढ़िया जाता है कि जो करते की रचना विचों पत्थर है ना, उहदे विच किसी प्रकार की कोई भावना ना शिव ने अपनी रखी ते ना शक्ति ने अपनी रखी। नतीजन पत्थर दे विच किसी प्रकार का भी हानि लाभ हर्क सो गुस्सा गिला नफरत प्यार कुछ भी तो नहीं है। इसे करके बाणी पढ़न वालियां नूं एक गल सुचेत करदियां कह दी गई कि भाई बाकी हर जर्रे विच हर जिथे हरकत है जीवन की किसी प्रकार का कोई ना कोई किणका करते की रचना च हरकत विच है, उत्थे परमात्मा की होंद नूं स्वीकारिया जाता है। पर जिहदे विच किसी प्रकार का इहो जिहा भावनात्मक पक्ष ही नहीं, जो किसी दिन इहो जिहे सिलसिले च नहीं कि छिपाहन मैं परमेश्वर नाही, इहदे विच रब की होंद लभना औखा है, नहीं है भाई। और ये सारी रचना माया दे करके इसे करके बहुत सारे मायावी शब्द मायावी गुण मायावी शक्तियाँ संसार च वरतदियां ने। जिथे अध्यात्म हुंदा है, जे उत्थे मायावी शक्तियाँ नहीं वरत रहीआं तो चेता रखना फिर उत्थे आध्यात्मक शक्तियाँ वरत रही होंदियां। वो करता पुरख के ब्रह्म स्वरूप दी शक्तियाँ वर्त शक्तियाँ ही रहीआं ने। आसों जी रहे खा रहे पी रहे हंडा रहे हैं, ज्ञान दी गल्लां सुन रहे हैं कर रहे हैं। किसी को मन दी शक्तियाँ ने अंतरजामता की शक्ति है या होर बचना की सतता की तख्ती है, निगाहां दे विच अमृत है, बोलां च अमृत है। ये सारा कुछ जानते ब्रह्म करता पुरख वाहिगुरू जी दियाँ आध्यात्मक शक्तियाँ ने। तो जिथे आध्यात्मक शक्तियाँ नहीं पर उत्थे निंदा चुगली तो लोभ लालचियाँ मायावी ताकतां वरत रहीआं ने। महाराज कह लगे है तो आप ही, पर आप किवें है, उहदी ताकत वरत रही। दरअसल वो आप है जां सिद्धा आपां कह सकीए कि वो आप नहीं, उहदी ताकत वरतदी है। पर उहदी ताकत दे नाल जो नतीजा निकलदा है वो उहदे नां ते ही निकलदा भी वो आप करदा है। आपे सूत आपे बहुमणिया कर शक्ति जगत परोए। सारे संसार नूं उसने से अपने ही प्रेम माया ते ब्रह्म दे धागियां दे करके परो के रखिया होया। पर परोया खिच्चै आपे ही सूत धार है प्यारा। जिवें माला परोण वाला व्यक्ति ते कोई होर है ना, असीं कहांगे धागियां करके मणकियां करके माला बनी, धागियां दे जुट नूं वट चढ़िया ते धागे मजबूत हो गए, बहुत मजबूत हो सकते ने। पर भाई आखिर कोई तो मणकियां नूं परोण वाला है ना, कोई तो धागे बनाउण वाला है ना। तमाम प्रकार के धागे नूं वट चाड़ के एक ताकत पैदा करने वाले तो कोई है ना, क्योंकि जदों ये निक्कियां निक्कियां धारावां जुड़दियां ने तो उहदे विच एक ताकत पैदा होंदी है। कहण लगे ये ताकत करते दी बनाई होंदी। वट ते करता चढ़दा ना धागे, जिवें कोई बंदा निक्के निक्के तंदां नूं वट चढ़ा के असीं धागा बना लैने, धागे नूं होर वट चढ़दे असीं मोटी तो मोटी रस्सियां बना लैने और इन्ने मजबूत रस्सियां बन जांदियां ने कि बड़ी ताकत बन जांदी ने। इसे तरह करता पुरख जी ने जीव रचना की थी और वो सारे सूत्रा नुकथा परोता। वो सूत्रा धार तो आप है ना। आपे ही सूत धार है प्यारा, सूत खिंचे ढै ढेरी होए। जदों किते अपने हुक्म दे विच वो सूत नूं खिंचदा है, क्योंकि सानू दृश्यमान इस तरह तो सारा नज़र नहीं आता भी दुनियावी साडी बनाए हुए माला दे विचों असीं सूत खिंचांगे तो सारे मणके बिखर जाणगे। पर करता पुरख की बनाई इस माला दे विच इस सूत ते मणकियां दा खिल आपो अपना वखरा वखरा है। हर जी दे विच उसने सूत पाया ते किसी जी चों कदे कढ़ लैंदा है, किसी जी चों कदे अपना सूत कढ़ लैंदा है। असीं वेखदे हां ये बालका है, पर हुक्म दे विच बालकी चों सूत कढ़ लैंदा है, जिसनों असीं अध्यात्मक ते गुरबाणी की शब्दावली च जोत कहने आ। वो अपनी जोत कढ़ लैंदा है, वो ढह ढेरी हो जाता है।
ਜੇ ਤੁਸੀਂ ਕਿਹਾ ਨਾ ਆਪਣੇ ਜੋਤ ਖਿੰਚਹਿ ਤੂੰ ਸੁਆਮੀ, हे ਸੱਚੇ ਪਾਤਸ਼ਾਹ, ਜਦੋਂ ਕਿਸੇ ਜੀਅ ਦੇ ਵਿੱਚੋਂ ਤੁਸੀਂ ਆਪਣੀ ਜੋਤ ਕੱਢ ਲੈਂਦੇ ਹੋ ਤੇ ਉਹ ਢਹਿ ਢੇਰੀ ਹੋ ਜਾਂਦਾ। ਕਿ ਵੇਖਣ ਨੂੰ ਕਿੱਡਾ ਵੱਡਾ ਤਾਕਤਵਰ ਹੋਵੇ, ਪਰ ਉਹ ਧੜਾਮ ਜਰੀ ਅਸੀਂ ਵੇਖਿਆ ਜ਼ਮੀਨ 'ਤੇ ਡਿੱਗ ਜਾਂਦਾ। ਹੁਣ ਉਹ ਉੱਥੇ ਉੱਠਣਾ ਬੈਠਣਾ ਸੋਣਾ ਜਾਗਣਾ ਸਭ ਖਤਮ ਹੋ ਜਾਂਦਾ। ਅਸੀਂ ਕਈ ਨੇ ਮਰ ਗਿਆ। ਮਹਾਰਾਜ ਕਹਿਣ ਲੱਗੇ ਸੂਤ ਖਿੰਚੇ ਢਹਿ ਢੇਰੀ ਹੋਏ। ਫਿਰ ਮਹਾਰਾਜ ਅਸੀਂ ਕੀ ਕਰੀਏ? ਜਦੋਂ ਸਾਰਾ ਹੀ ਸਾਰਾ ਉਸ ਕਰਤਾ ਪੁਰਖ ਦੀ ਰਚਨਾ ਦਾ ਹੈ ਤੇ ਉਹ ਸਾਰੇ ਰਚਨਾ ਨੂੰ ਆਪ ਹੀ ਰਚ ਰਚ ਕੇ ਦੇਖ ਰਿਹਾ, ਆਪ ਹੀ ਵਰਤ ਰਿਹਾ, ਤੁਸੀਂ ਕੀ ਕਰੀਏ? ਕਹਿਣ ਲੱਗੇ ਕਿ ਚੇਤਾ ਰੱਖਣਾ। ਅਸਾਂ ਚੇਤਾ ਰੱਖਣਾ ਹੈ, ਯਾਦ ਰੱਖਣਾ। ਉਸ ਮੰਡਲ 'ਤੇ ਅਸੀਂ ਕੁਝ ਕਰ ਨਹੀਂ ਸਕਦੇ, ਨਾ ਅਸੀਂ ਕਿਸੇ ਸੂਤ ਨੂੰ ਪਰੋਸ ਸਕਦੇ ਹਾਂ, ਨਾ ਸੂਤ ਮਣੀਆਂ ਨੂੰ ਬਣਾ ਸਕਦੇ ਹਾਂ, ਪਰ ਚੇਤਾ ਤੇ ਕਰ ਸਕਦੇ ਹਾਂ, ਕਿਉਂਕਿ ਸਾਨੂੰ ਚੇਤਨਤਾ ਪ੍ਰਾਪਤ ਹੋਈ ਹੈ। ਸਾਡੇ ਤੋਂ ਇਲਾਵਾ ਬਾਕੀ ਜਿਤਨੇ ਵੀ ਜੁਗਤਾਂ ਨੇ ਜੀਵਨ ਦੀਆਂ ਉਹਨਾਂ ਨੂੰ ਕਰਤੇ ਨੇ ਚੇਤਨਤਾ ਦੇ ਕੁਝ ਅੰਗ ਬਖਸ਼ੇ ਨੇ। ਜੇ ਪਕਸ਼ੀਆਂ ਨੂੰ ਕੁਝ ਅੰਗ ਬਖਸ਼ੇ ਹੈ, ਪਸ਼ੂਆਂ ਨੂੰ ਕੁਝ ਅੰਗ ਬਖਸ਼ੇ ਹੈ, ਬਨਸਪਤੀ ਨੂੰ ਕੁਝ ਅੰਗ ਬਖਸ਼ੇ। ਸਿਆਣੇ ਮੰਨਦੇ ਨੇ ਬਨਸਪਤੀ ਦੇ ਵਿੱਚ ਚੇਤਨਤਾ ਮਸਾਂ 25% ਹੁੰਦੀ ਹੈ ਅਤੇ ਪਸ਼ੂ ਪਕਸ਼ੀਆਂ ਦੇ ਵਿੱਚ 25 ਤੋਂ 75 ਤੱਕ ਮੰਨੀ ਜਾਂਦੀ ਹੈ ਕਿ ਇੰਨੀ ਕੁ ਚੇਤਨਤਾ ਇਹਨਾਂ ਜੀਆਂ ਦੇ ਵਿੱਚ ਅਲੱਗ-ਅਲੱਗ ਹੋ ਸਕਦੀ ਹੈ। ਕਿਸੇ ਜੀਅ ਨੂੰ ਵੱਧ ਮਿਲੀ, ਕਿਸੇ ਨੂੰ ਘੱਟ ਮਿਲੀ, ਪਰ ਮਨੁੱਖਤਾ ਨੂੰ 100% ਤੱਕ ਚੇਤਨਤਾ ਪ੍ਰਾਪਤ ਹੋ ਜਾਂਦੀ ਹੈ। ਆ ਸੰਤ ਗੁਰਮੁਖ 100% ਚੇਤਨ ਹੋ ਜਾਂਦਾ ਹੈ। ਸਾਡੇ ਵਰਗੇ ਬਸ ਇਹ ਫੀਸਦੀਆਂ ਚੇਤਨਤਾ ਹੀ ਸਾਡੀਆਂ ਨੇ। ਕੁਦਰਤੀ ਤੌਰ 'ਤੇ ਸਾਨੂੰ ਜੋ ਪਸ਼ੂ ਪਕਸ਼ੀ ਜੀਵਨ ਮੰਡਲ ਤੋਂ ਉੱਪਰ ਉੱਠ ਕੇ ਜੋ ਪ੍ਰਾਪਤੀਆਂ ਹੋਈਆਂ ਨੇ, ਉਹ ਤਾਂ ਸਾਡੇ ਹੁਣ ਤੱਕ ਦੇ ਕਰਮ ਕਰਕੇ ਜਾਂ ਕਹਿ ਲਈਏ ਕਿਰਪਾ ਕਰਕੇ ਹੋਇਆ। ਪਰ ਇਹ ਤੋਂ ਅਗਲਾ ਜੋ ਪੜਾਅ ਹੈ, ਜੋ ਚੇਤਨਤਾ ਦਾ ਪੱਖ ਅਸੀਂ ਵਧਾਉਣਾ ਹੈ, ਜਿਹਨੂੰ ਸ਼੍ਰੀ ਜਪਜੀ ਸਾਹਿਬ ਜੀ ਵਿੱਚ ਸੁੱਧ ਕਿਹਾ ਹੈ, ਉਹ ਅਸਾਂ ਹੌਲੀ ਹੌਲੀ ਅਭਿਆਸ ਕਰਕੇ ਆਪਣੇ ਵਡੇਰਿਆਂ ਦੀ ਸੰਗਤ ਕਰਕੇ ਅਤੇ ਗੁਰੂ ਕੀ ਆਗਿਆ ਦੇ ਵਿੱਚ ਰਹਿ ਕੇ ਆਪਣੇ ਅੰਦਰ ਦੀ ਚੇਤਨਤਾ ਨੂੰ ਵਧਾਉਣਾ ਹੁੰਦਾ ਹੈ। ਅਤੇ ਚੇਤਨਤਾ ਨੂੰ ਵਧਾਉਣ ਦਾ ਇੱਕੋ ਇੱਕ ਤਰੀਕਾ ਹੈ ਗਿਆਨ ਵਿਗਿਆਨ ਦੇ ਵਿੱਚ ਵੀ ਚੇਤਾ ਕਰਨਾ, ਯਾਦ ਰੱਖਣਾ। ਅੱਜ ਬਹੁਤ ਸਾਰੇ ਜਿਹਨੂੰ ਵੇਖੇ ਦਾ ਬੜਾ ਸੰਸਾਰ ਦਾ ਗਿਆਨ, ਬੜੀਆਂ ਗੱਲਾਂ ਉਹਨੇ ਯਾਦ ਕੀਤੀਆਂ ਨੇ, ਉਹਨਾਂ ਬੜੀ ਜਾਣਕਾਰੀ ਵਧਾ ਲਈ ਆਪਣੀ। ਇਸੇ ਤਰ੍ਹਾਂ ਪ੍ਰਮਾਤਮਾ ਨੂੰ ਚੇਤੇ ਰੱਖਣਾ, ਜਿਹਨੂੰ ਅਸੀਂ ਗੁਰਬਾਣੀ 'ਚ ਸਿਮਰਨ ਕਹਿੰਦੇ ਹਾਂ। ਭਾਈ ਅਸੀਂ ਕੀ ਕਰ ਸਕਦੇ ਹਾਂ? ਅਸੀਂ ਸਿਰਫ ਸਿਮਰਨ ਕਰ ਸਕਦੇ ਹਾਂ। ਅਸੀਂ ਬਣਾਈ ਹੋਈ ਰਚਨਾ ਦੇ ਤਮਾਮ ਹਿੱਸਿਆਂ ਨੂੰ ਦੇਖ ਸਕਦੇ ਹਾਂ, ਪਿਆਰ ਕਰ ਸਕਦੇ ਹਾਂ, ਨਫ਼ਰਤ ਕਰ ਸਕਦੇ ਹਾਂ, ਭਾਵਨਾਵਾਂ ਸਾਨੂੰ ਦਿੱਤੀਆਂ ਨੇ, ਅਸੀਂ ਅਫਸੋਸ ਕਰ ਸਕਦੇ ਹਾਂ, ਅਸੀਂ ਸ਼ੁਕਰਾਨਾ ਕਰ ਸਕਦੇ ਹਾਂ, ਅਸੀਂ ਮਜਬੂਰੀ ਪ੍ਰਗਟ ਕਰ ਸਕਦੇ ਹਾਂ। ਇਹ ਸਾਰਾ ਕੁਝ ਅਸੀਂ ਕਰਦੇ ਹਾਂ ਨਾ, ਪਰ ਗੁਰੂ ਨਾਨਕ ਦੀ ਬਾਣੀ ਪੜ੍ਹੇ ਪਤਾ ਲੱਗਦਾ ਹੈ ਇਹ ਕੰਮ ਅਸਾਂ ਨਹੀਂ ਕਰਨੇ। ਮਹਾਰਾਜ ਫਿਰ ਅਸਾਂ ਕੀ ਕਰਨਾ ਹੈ? ਕਹਿਣ ਲੱਗੇ ਅਸੀਂ ਸ਼ੁਕਰਾਨਾ ਕਰੀਏ ਤਾਂ ਕਿ ਬਾਕੀ ਚੀਜ਼ਾਂ ਸਾਰੀਆਂ ਸ਼ੁੱਧ ਹੋ ਜਾਣ। ਮੇਰੇ ਮਨ ਮੈਂ ਹਰ ਬਿਨ ਅਵਰ ਨਾ ਕੋਏ। ਅਸੀਂ ਇੱਥੇ ਪੁੱਛਣਾ ਕਿ ਇਹ ਮੇਰੇ ਮਨਾ, ਮੈਂ ਵਾਹਿਗੁਰੂ ਜੀ ਤੋਂ ਬਿਨਾਂ ਕੁਛ ਵੀ ਨਹੀਂ ਹਾਂ। ਬਸ ਇਹ ਚੇਤਾ ਅਸਾਂ ਨੇ ਰੱਖਣਾ। ਅਤੇ ਜਿਉਂ-ਜਿਉਂ ਇਹ ਚੇਤਾ ਅਸੀਂ ਹਿਰਦੇ 'ਚ ਪੱਕਾ ਕਰ ਲਵਾਂਗੇ, ਅਸੀਂ ਪਰਪੱਕਤਾ ਨੂੰ ਪ੍ਰਾਪਤ ਕਰਦੇ ਜਾਵਾਂਗੇ। ਔਰ ਹੌਲੀ ਹੌਲੀ ਇਹ ਚੀਜ਼ਾਂ ਅਸੀਂ ਆਪਣੇ ਅੰਦਰ ਟਿਕਾਉਂਦੇ ਚਲੇ ਜੇ। ਗੁਰੂਦੇਵ ਕਿਰਪਾ ਕਰਨਾ, ਯਤਨ ਕਰੀਏ ਇਹ ਕਰ ਸਕੀ। ਅੱਜ ਸ਼੍ਰੀ ਸਹਿਜ ਪਾਠ ਦੇ ਭੋਗ ਪਾਉਣ ਦਾ ਹੁਕਮ ਹੋਇਆ, ਰਲ ਕੇ ਥੋੜ੍ਹੇ ਸਮੇਂ ਦੇ ਵਿੱਚ ਆਪਾਂ ਸ਼ਲੋਕ ਮਹਲਾ 9ਵਾਂ ਕੀ ਪਾਵਨ ਬਾਣੀ ਨੂੰ ਜਾਪ ਕੀਰਤਨ ਪਾਠ ਦੇ ਰੂਪ 'ਚ ਆਪਾਂ ਸਾਂਝਾ ਕਰ ਸਕੀਏ। ਉਪਰੰਤ ਕੀਰਤਨ ਕਰਦੇ ਹੋਇਆਂ ਦੀਵਾਨ ਦੀ ਸੰਪੂਰਨਤਾ ਹੋਣੀ ਹੈ। ਉਸ ਤੋਂ ਪੇਸ਼ਤਰ ਹੋਈ ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦਿਆਂ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।